ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਸੰਗਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਤੇ ਅੱਜ ਦੇ ਦਿਨ ਦੀ ਗੱਲ ਕਰੀਏ, ਲੇਕਿਨ ਉਸ ਤੋਂ ਪਹਿਲਾਂ ਦੱਸ ਦਈਏ ਕਿ ਮੈਂ ਹਾਂ ਰੂਹੀ ਗਰੋਵਰ। ਤੇ ਅੱਜ ਦੇ ਦਿਨ ਦੀ ਗੱਲ ਕਰੀਏ ਤੇ ਅੱਜ ਦਿਨ ਹੈ ਸ਼ੁੱਕਰਵਾਰ 29 ਅਪ੍ਰੈਲ 2022 ਤੇ ਦੇਸੀ ਮਹੀਨੇ ਦੀ ਗੱਲ ਕਰੀਏ ਤਾਂ ਦੇਸੀ ਵਿਸਾਖ ਮਹੀਨੇ ਦੀ ਮਿਤੀ ਹੈ 15। ਤੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਪ੍ਰੋਗਰਾਮ ਵਿੱਚ ਇੱਥੇ ਲਾਈਵ ਜੁੜਨਾ ਚਾਹੁੰਦੇ ਨੇ, ਆਪਣੇ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਨੇ, ਆਪਣੇ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ ਤਾਂ ਥੱਲੇ ਸਕਰੀਨ ਤੇ ਦਿੱਤੇ ਨੰਬਰਸ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਲੇਕਿਨ ਅੰਤਰਾਲ ਤੋਂ ਬਾਅਦ। ਤੇ ਜਿਹੜਾ ਸਭ ਤੋਂ ਪਹਿਲਾ ਸੈਗਮੈਂਟ ਹੈ ਉਹ ਹੈ ਹੈਲਥ ਦਾ। ਤੇ ਵੇਖਦੇ ਹਾਂ ਕਿ ਅੱਜ ਦੇ ਸਿਹਤ ਸੰਬੰਧੀ ਜਾਣਕਾਰੀ ਵਿੱਚ ਕੀ ਹੈ ਖਾਸ। ਤੇ ਦਰਸ਼ਕੋ, ਹੁਣ ਸੁਣੋ ਹੈਲਥ ਰਿਲੇਟਿਡ ਟਿਪਸ। ਅੱਜ ਅਸੀਂ ਗੱਲ ਕਰਾਂਗੇ ਫੈਟੀ ਲੀਵਰ ਬਾਰੇ। ਫੈਟੀ ਲੀਵਰ ਜਿਗਰ ਵਿੱਚ ਹੋਣ ਵਾਲਾ ਇੱਕ ਪਾਚਕ ਸਿੰਡਰੋਮ ਹੈ। ਜਦੋਂ ਲੀਵਰ ਵਿੱਚ ਜ਼ਿਆਦਾ ਚਰਬੀ ਜਮ੍ਹਾਂ ਹੋ ਜਾਂਦੀ ਹੈ ਤਾਂ ਫੈਟੀ ਲੀਵਰ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਫੈਟੀ ਲੀਵਰ ਦੀ ਸਮੱਸਿਆ ਮੋਟਾਪੇ ਕਾਰਨ ਜ਼ਿਆਦਾ ਹੁੰਦੀ ਹੈ। ਇਸ ਦੇ ਨਾਲ ਹੀ ਇਹ ਬਿਮਾਰੀ ਉਹਨਾਂ ਲੋਕਾਂ ਨੂੰ ਵੀ ਜ਼ਿਆਦਾ ਹੋ ਸਕਦੀ ਹੈ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ, ਸ਼ੂਗਰ ਲੈਵਲ, ਕੋਲੇਸਟ੍ਰੋਲ ਲੈਵਲ ਸਭ ਕੁਝ ਜ਼ਿਆਦਾ ਹੋਵੇ। ਫੈਟੀ ਲੀਵਰ ਉਦੋਂ ਹੁੰਦਾ ਹੈ ਜਦੋਂ ਕਿਸੇ ਦੇ ਜਿਗਰ ਵਿੱਚ ਵਾਧੂ ਚਰਬੀ ਜਮ੍ਹਾਂ ਹੋ ਜਾਂਦੀ ਹੈ। ਇਸ ਦੇ ਲੱਛਣ ਜਲਦੀ ਨਜ਼ਰ ਨਹੀਂ ਆਉਂਦੇ। ਜਦੋਂ ਕਿਸੇ ਵਿਅਕਤੀ ਦਾ 75% ਲੀਵਰ ਖਰਾਬ ਹੋ ਜਾਂਦਾ ਹੈ ਤਾਂ ਸਰੀਰ ਵਿੱਚ ਫੈਟੀ ਲੀਵਰ ਨਾਲ ਸੰਬੰਧਿਤ ਕੁਝ ਲੱਛਣ ਦਿਖਾਈ ਦਿੰਦੇ ਹਨ। ਜੇਕਰ ਇਸ ਦਾ ਇਲਾਜ ਸਮੇਂ ਸਿਰ ਸ਼ੁਰੂ ਨਾ ਕੀਤਾ ਜਾਵੇ ਤਾਂ ਲੀਵਰ ਸਿਰੋਸਿਸ ਦਾ ਖਤਰਾ ਵੱਧ ਜਾਂਦਾ ਹੈ। ਨਾਲ ਹੀ ਜੇ ਇਲਾਜ ਨਾ ਕੀਤਾ ਜਾਵੇ ਤਾਂ ਜਿਗਰ ਪੂਰੀ ਤਰ੍ਹਾਂ ਨਾਲ ਖਰਾਬ ਹੋ ਸਕਦਾ ਹੈ। ਲੀਵਰ ਕੈਂਸਰ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ। ਜੇਕਰ ਤੁਹਾਨੂੰ ਵੀ ਫੈਟੀ ਲੀਵਰ ਦੀ ਸਮੱਸਿਆ ਹੈ ਤੇ ਇਸ ਦਾ ਇਲਾਜ ਚੱਲ ਰਿਹਾ ਹੈ ਤਾਂ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਵੀ ਅਪਣਾ ਸਕਦੇ ਹੋ। ਇਹ ਕੁਝ ਅਜਿਹੇ ਉਪਾਅ ਹਨ ਜਿਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਫੈਟੀ ਲੀਵਰ ਦੇ ਲੱਛਣ। ਥੱਕਿਆ ਤੇ ਕਮਜ਼ੋਰ ਮਹਿਸੂਸ ਕਰਨਾ, ਭੁੱਖ ਨਾ ਲੱਗਣਾ, ਅੱਖਾਂ ਤੇ ਸਕਿਨ ਦਾ ਪੀਲਾ ਹੋਣਾ, ਭਾਰ ਘਟਣਾ, ਢਿੱਡ ਵਿੱਚ ਦਰਦ, ਢਿੱਡ ਦੇ ਸੱਜੇ ਪਾਸੇ ਵਿੱਚ ਸੋਜ ਫੈਟੀ ਲੀਵਰ ਦੇ ਘਰੇਲੂ ਉਪਚਾਰ ਹਨ। ਹਲਦੀ ਦੇ ਸੇਵਨ ਨਾਲ ਫੈਟੀ ਲੀਵਰ ਦੇ ਲੱਛਣਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਹਲਦੀ ਖਾਣ ਨਾਲ ਲੀਵਰ ਸਿਹਤਮੰਦ ਰਹਿੰਦਾ ਹੈ। ਹਲਦੀ ਵਿੱਚ ਮੌਜੂਦ ਕਰਕਿਊਮਿਨ ਤੱਤ ਐਂਟੀ ਇਨਫਲੇਮੇਟਰੀ, ਐਂਟੀਆਕਸੀਡੈਂਟ ਗੁਣ ਲੀਵਰ ਦੀਆਂ ਕੋਸ਼ਿਕਾਵਾਂ ਨੂੰ ਸਿਹਤਮੰਦ ਰੱਖਦੇ ਹਨ। ਭੋਜਨ ਵਿੱਚ ਹਲਦੀ ਦੀ ਵਰਤੋਂ ਨਿਯਮਿਤ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਓ। ਇਹ ਇੱਕ ਜੀਵਨ ਸ਼ੈਲੀ ਨਾਲ ਜੁੜੀ ਬਿਮਾਰੀ ਹੈ। ਅਜਿਹੀ ਸਥਿਤੀ ਵਿੱਚ ਸਭ ਤੋਂ ਪਹਿਲਾਂ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ। ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਅਪਣਾਓ। ਜੇਕਰ ਤੁਸੀਂ ਕਸਰਤ ਨਹੀਂ ਕਰਦੇ ਤਾਂ ਰੋਜ਼ਾਨਾ ਕਸਰਤ ਕਰਨ ਦੀ ਆਦਤ ਬਣਾਓ। ਇਹ ਸਮੁੱਚੀ ਸਿਹਤ ਲਈ ਜ਼ਰੂਰੀ ਹੈ। ਭਾਰ ਘਟਾਉਣ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਡੇ ਘਰ ਵਿੱਚ ਐਲੋਵੇਰਾ ਦਾ ਪੌਦਾ ਹੈ ਤਾਂ ਇਸ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ। ਐਲੋਵੇਰਾ ਜੈਲ ਵਿੱਚ ਫਾਈਟੋਨਿਊਟ੍ਰੀਐਂਟਸ ਗੁਣ ਹੁੰਦੇ ਹਨ ਜੋ ਸਰੀਰ ਨੂੰ ਡਿਟੌਕਸ ਕਰਦੇ ਹਨ। ਇਹ ਲੀਵਰ ਨੂੰ ਸਿਹਤਮੰਦ ਰੱਖਦਾ ਹੈ। ਸਰੀਰ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣਾ ਜ਼ਰੂਰੀ ਹੈ, ਨਹੀਂ ਤਾਂ ਇਸ ਨਾਲ ਲੀਵਰ ਦੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ। ਐਲੋਵੇਰਾ ਜੈਲ ਖਾਓ ਜਾਂ ਇਸ ਨੂੰ ਕਿਸੇ ਵੀ ਜੂਸ ਵਿੱਚ ਮਿਲਾ ਕੇ ਪੀ ਸਕਦੇ ਹੋ। ਲਸਣ ਖਾਣ ਨਾਲ ਲੀਵਰ ਵੀ ਸਿਹਤਮੰਦ ਰਹਿੰਦਾ ਹੈ। ਇਸ ਵਿੱਚ ਮੌਜੂਦ ਐਂਟੀਬੈਕਟੀਰੀਅਲ, ਸਿਲੇਨੀਅਮ ਵਰਗੇ ਗੁਣ ਲੀਵਰ ਵਿੱਚ ਮੌਜੂਦ ਡਿਟੌਕਸ ਐਂਜ਼ਾਈਮ ਨੂੰ ਐਕਟੀਵੇਟ ਕਰਦਾ ਹੈ। ਲਸਣ ਜਿਗਰ ਨੂੰ ਸਾਫ਼ ਕਰਦਾ ਹੈ ਤੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਖੁਰਾਕ ਵਿੱਚ ਫਲ ਅਤੇ ਸਬਜ਼ੀਆਂ ਨੂੰ ਲੋੜੀਂਦੀ ਮਾਤਰਾ ਵਿੱਚ ਸ਼ਾਮਲ ਕਰੋ। ਫਲਾਂ ਤੇ ਸਬਜ਼ੀਆਂ ਜਿਵੇਂ ਕਿ ਬਰੋਕਲੀ, ਹਰੀਆਂ ਪੱਤੇਦਾਰ ਸਬਜ਼ੀਆਂ, ਸ਼ਿਮਲਾ ਮਿਰਚ, ਗਾਜਰ, ਸ਼ਕਰਕੰਦੀ, ਖੀਰਾ, ਟਮਾਟਰ ਆਦਿ, ਬੇਰ, ਸੇਬ, ਸੰਤਰਾ, ਖਜੂਰ, ਕੇਲੇ, ਅੰਜੀਰ ਦਾ ਸੇਵਨ ਕਰੋ। ਇਹ ਸਭ ਲੀਵਰ ਨੂੰ ਸਿਹਤਮੰਦ ਰੱਖਦੇ ਹਨ। ਅਖਰੋਟ, ਬੀਜ, ਦਾਲਾਂ, ਮਟਰ, ਚਿੱਟੇ ਛੋਲੇ, ਫਲੀਆਂ, ਪੂਰੇ ਅਨਾਜ ਵਿੱਚ ਬਰਾਊਨ ਰਾਈਸ, ਕੁਇਨੋਆ, ਓਟਸ ਨੂੰ ਡਾਈਟ ਵਿੱਚ ਸ਼ਾਮਲ ਕਰੋ। ਇਹ ਸਨ ਸਿਹਤ ਨਾਲ ਸੰਬੰਧਿਤ ਕੁਝ ਜਾਣਕਾਰੀ। ਜੀ ਦੋਸਤੋ, ਇਹ ਸੀ ਸਿਹਤ ਸੰਬੰਧੀ ਜਾਣਕਾਰੀ। ਤੇ ਪ੍ਰੋਗਰਾਮ ਵਿੱਚ ਅੱਗੇ ਵਧਾਂਗੇ ਉਸ ਤੋਂ ਪਹਿਲਾਂ ਦੱਸ ਦਈਏ ਕਿ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਗਗਨਦੀਪ ਅਨੰਦਪੁਰੀ ਜੀ। ਪ੍ਰੋਗਰਾਮ ਵਿੱਚ ਸਵਾਗਤ ਹੈ ਤੁਹਾਡਾ। ਤੇ ਅੱਜ ਅਸੀਂ ਸਿਹਤ ਸੰਬੰਧੀ ਜਾਣਕਾਰੀ ਵਿੱਚ ਅਸੀਂ ਗੱਲ ਕੀਤੀ ਫੈਟੀ ਲੀਵਰ ਬਾਰੇ। ਤੁਸੀਂ ਕੀ ਕਹਿਣਾ ਚਾਹੋਗੇ? ਰੋਹੀ ਜੀ, ਸਭ ਤੋਂ ਪਹਿਲਾਂ ਮੈਂ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਵੀਵਰਸ ਨੂੰ ਫਤਿਹ ਅਰਜ਼ ਕਰਦਾ। ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਰੋਹੀ ਜੀ, ਬਿਮਾਰੀ ਭਾਵੇਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹੋਵੇ, ਚਾਹੇ ਫੈਟੀ ਲੀਵਰ ਦੀ ਹੋਵੇ, ਚਾਹੇ ਲੀਵਰ ਦੇ ਵਿੱਚ ਗਰਮੀ ਹੋਵੇ, ਚਾਹੇ ਹਲਕਾ ਬੁਖਾਰ ਹੋਵੇ, ਚੱਕਰ ਆਉਂਦੇ ਹੋਣ, ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਕੋਈ ਵੀ ਬਿਮਾਰੀ ਹੋਵੇ, ਬਿਮਾਰੀ ਤਾਂ ਬਿਮਾਰੀ ਹੁੰਦੀ ਆ, ਅਕਸਰ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਆ। ਅਸੀਂ ਸਹੀ ਤਰੀਕੇ ਦੇ ਨਾਲ ਜਿਹੜੀ ਆ ਜ਼ਿੰਦਗੀ ਨਹੀਂ ਜੀ ਸਕਦੇ। ਦੂਸਰੀ ਗੱਲ, ਫੈਟੀ ਲੀਵਰ ਦਾ ਕਾਰਨ ਜਿਹੜਾ ਸਭ ਤੋਂ ਵੱਡਾ ਮੰਨਿਆ ਜਾਂਦਾ ਕਿ ਸਾਡੇ ਅੰਦਰ ਜਿਹੜੀ ਆ, ਪੇਟ ਦੇ ਅੰਦਰ ਜਿਹੜੀ ਆ ਐਸਿਡ ਦਾ ਬਣਨਾ, ਤੇਜ਼ਾਬ ਦਾ ਬਣਨਾ, ਜਾਂ ਅਸੀਂ ਕੀ ਕਰਦੇ ਹਾਂ ਕਿ ਅਸੀਂ ਤਾਜ਼ਾ ਰੋਟੀ ਖਾਣ ਦੇ ਮਸਲੇ ਦੇ ਵਿੱਚ ਜਿਹੜਾ ਆ ਅਸੀਂ ਗਰਮ ਜਿਹੜਾ ਆ ਦਾਲ ਸਬਜ਼ੀ ਖਾਂਦੇ ਹਾਂ,
ਤੇ ਰੋਟੀ ਵੀ ਜਿਹੜੀ ਆ ਜਿਹੜਾ ਆ ਪ੍ਰਸ਼ਾਦਾ ਆ ਉਹ ਵੀ ਅਸੀਂ ਗਰਮ ਜਿਹੜਾ ਆ ਉਹ ਖਾਂਦੇ ਆ। ਉੱਤੋਂ ਦੀ ਜਿਹੜਾ ਆ ਅਸੀਂ ਠੰਡਾ ਪਾਣੀ ਪੀ ਲੈਂਦੇ ਆ, ਜਿਹਦੇ ਕਰਕੇ ਜਿਹੜਾ ਆ ਪੇਟ ਦੇ ਅੰਦਰ ਐਸਿਡ ਵੀ ਬਣਦਾ ਆ, ਗੈਸ ਵੀ ਬਣਦੀ ਆ, ਤੇ ਗੈਸ ਉਹਦੀ ਪ੍ਰੋਬਲਮ ਦੇ ਨਾਲ ਹੀ ਜਿਹੜਾ ਆ ਇਹ ਲੀਵਰ ਜਿਹੜਾ ਆ ਉਹ ਉਸ ਨੂੰ ਪਹੁੰਚਾਉਣ ਦੀ ਜਿਹੜੀ ਆ ਕੋਸ਼ਿਸ਼ ਕਰਦਾ ਆ, ਪੇਟ ਵੀ ਫੁੱਲਣਾ ਸ਼ੁਰੂ ਹੋ ਜਾਂਦਾ। ਹਾਂਜੀ, ਪੇਟ ਵੀ ਜਿਹੜਾ ਆ ਉਹ ਫੁੱਲਣਾ ਸ਼ੁਰੂ ਹੋ ਜਾਂਦਾ, ਜਿਹਦੇ ਕਰਕੇ ਜਿਹੜਾ ਇਸ ਦੇ ਵਿੱਚ ਸੋਜਿਸ਼ ਆ ਜਾਂਦੀ ਆ, ਤੇ ਇਹ ਜਿਹੜਾ ਆ ਕੰਮ ਕਰਨ ਦੀ ਹਾਲਤ ਦੇ ਵਿੱਚ ਜਿਹੜੀ ਇਹਦੀ ਹਾਲਤ ਘਟ ਜਾਂਦੀ ਆ। ਸੋ ਇਸ ਕਰਕੇ ਜਿਹੜਾ ਆ ਸਾਨੂੰ ਗਰਮ ਤੋਂ ਗਰਮ ਜਿਹੜੀ ਆ ਚਾਹ ਉਹ ਘੱਟ ਪੀਣੀ ਚਾਹੀਦੀ ਆ। ਉਸਦਾ ਕਾਰਨ ਇਹ ਵੀ ਆ ਕਿ ਜਿਹੜੀ ਸਾਡੀ ਫੂਡ ਪਾਈਪ ਹੁੰਦੀ ਆ, ਜਿਹਨੂੰ ਭੋਜਨ ਨਲੀ ਕਹਿੰਦੇ ਆ ਅਸੀਂ ਪੰਜਾਬੀ ਦੇ ਵਿੱਚ, ਉਹ ਵੀ ਜਿਹੜੀ ਆ ਸੜ ਜਾਂਦੀ ਆ, ਤੇ ਇੱਕ ਜਿਹੜੀ ਆ ਸਾਡੇ ਨਸਾਂ ਨੂੰ ਉਹਦੀ ਆਦਤ ਪੈ ਜਾਂਦੀ ਆ। ਜੇ ਤੁਸੀਂ ਠੰਡੀ ਚਾਹ ਪੀਓ ਨਾ, ਤੇ ਅਸੀਂ ਕਈ ਵਾਰੀ ਘਰ ਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ਨੇ ਕੋਈ ਮਤਲਬ ਸਾਡੇ ਰਿਸ਼ਤੇਦਾਰ ਦੀ ਵੀ ਗੱਲ ਕਰ ਲਈਏ, ਜਾਂ ਅਸੀਂ ਮੰਮੀ ਡੈਡੀ ਦੀ, ਭਰਾ ਦੀ, ਜਾਂ ਕਿਸੇ ਵੀ ਆਪਣੇ ਦਾਦਾ ਦਾਦੀ ਜੀ ਦੀ ਗੱਲ ਕਰੀਏ, ਤਾਂ ਉਹ ਕਹਿ ਦੇਣਗੇ ਕਿ ਇੰਨੀ ਠੰਡੀ ਚਾਹ, ਮੈਂ ਠੰਡੀ ਚਾਹ ਨਹੀਂ ਪੀਂਦਾ, ਮੈਨੂੰ ਗਰਮ ਕਰਕੇ ਲਿਆ ਕੇ ਦਿਓ। ਕਈਆਂ ਨੂੰ ਆਦਤ ਹੁੰਦੀ ਹੈ ਕਿ ਜਿਹੜੀ ਆਪਾਂ ਗੈਸ ਤੋਂ ਉਤਰਦੇ ਜਿਹੜੀ ਆ ਉਹ ਚਾਹ ਜਿਹੜੀ ਆ ਪੀਣੀ ਪਸੰਦ ਕਰਦੇ ਨੇ, ਤੇ ਉਹਦੀ ਜਿਹੜੀ ਆਦਤ ਪੈ ਜਾਂਦੀ ਆ। ਇਸ ਕਰਕੇ ਜਿਹੜਾ ਆ ਭੋਜਨ ਨਲੀ ਦੇ ਉੱਤੇ ਜਿਹੜਾ ਇਹਦਾ ਬਹੁਤ ਜਿਹੜਾ ਆ ਅਸਰ ਪੈਂਦਾ ਆ। ਤੇ ਉਸੇ ਤਰ੍ਹਾਂ ਜੇ ਅਸੀਂ ਦੇਖੀਏ ਵੀ ਜੇ ਸਾਡੇ ਰੋਜ਼ਾਨਾ ਜੀਵਨ ਦੇ ਵਿੱਚ ਜੇ ਅਸੀਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਗਲਤੀਆਂ ਕਰਦੇ ਰਵਾਂਗੇ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਹਲਕਾ ਜਿਹਾ ਕੋਈ ਚੱਕਰ ਸਾਨੂੰ ਆਉਣ ਲੱਗੇ, ਜਾਂ ਹਲਕਾ ਜਿਹਾ ਸਾਡੇ ਸਰੀਰ ਦਾ ਟੈਂਪਰੇਚਰ ਜਿਹੜਾ ਆ ਬਾਹਰ ਦੇ ਟੈਂਪਰੇਚਰ ਦੇ ਕਾਰਨ ਥੋੜਾ ਬਹੁਤਾ ਉੱਪਰ ਨੀਚੇ ਹੁੰਦਾ ਆ, ਜੇ ਅਸੀਂ ਘਟ ਜਾਂਦਾ ਆ ਤਾਂ ਅਸੀਂ ਫਟਾਫਟ ਕਰਦੇ ਆ ਕੌਫੀ ਬਣਾ ਕੇ ਪੀ ਲੈਂਦੇ ਆ ਕਿ ਸਾਡਾ ਜਿਹੜਾ ਟੈਂਪਰੇਚਰ ਘਟਿਆ, ਸਾਨੂੰ ਚੱਕਰ ਆਉਣ ਲੱਗ ਗਏ, ਸਾਨੂੰ ਸੁਸਤੀ ਪੈਣ ਲੱਗ ਗਈ। ਸਾਨੂੰ ਇਹ ਵੀ ਨਹੀਂ ਨਾ ਪਤਾ ਹੈਗਾ ਕਿ ਸਾਡਾ ਟੈਂਪਰੇਚਰ ਘਟਿਆ ਆ, ਸਾਡਾ ਬਲੱਡ ਪ੍ਰੈਸ਼ਰ ਘਟਿਆ ਆ ਕਿ ਕੀ ਘਟਿਆ, ਤੇ ਜੇ ਘਟਿਆ ਆ ਤਾਂ ਅਸੀਂ ਕਾਫੀ ਦਾ ਸੇਵਨ ਕਰਦੇ ਆ, ਨਮਕ ਜਿਹੜਾ ਘੋਲ ਕੇ ਪਾਣੀ ਦੇ ਵਿੱਚ ਜਿਹੜਾ ਆ ਉਹ ਪੀ ਲੈਂਦੇ ਆ, ਉਹਦੇ ਕਰਕੇ ਜਿਹੜਾ ਆ ਬਲੱਡ ਪ੍ਰੈਸ਼ਰ ਵੱਧ ਜਾਏਗਾ। ਉਹ ਕਿਸ ਹੱਦ ਤੱਕ ਵਧੇਗਾ ਇਹਦੇ ਬਾਰੇ ਤਾਂ ਸਾਨੂੰ ਕੋਈ ਨੌਲੇਜ ਨਹੀਂ ਹੁੰਦੀ, ਤੇ ਉਹਨੂੰ ਘਟਾਉਣ ਵਾਸਤੇ ਵੀ ਜਿਹੜਾ ਸਾਡੇ ਕੋਲ ਪੁਖਤਾ ਇੰਤਜ਼ਾਮ ਨਹੀਂ ਹੁੰਦਾ। ਸਾਡੇ ਅੰਦਰ ਜਿਹੜਾ ਆ ਮੀਟਰ ਨਹੀਂ ਲੱਗਿਆ ਜਿਹੜਾ ਇਸ ਨੂੰ ਤੈਅ ਕਰ ਸਕੇ ਕਿ ਜਿਹੜਾ ਆ ਅਸੀਂ ਬਲੱਡ ਪ੍ਰੈਸ਼ਰ ਸਾਡਾ ਲੋ ਹੋਇਆ ਸੀਗਾ, ਅਸੀਂ ਕਿੰਨੀ ਕੁ ਮਾਤਰਾ ਦੇ ਵਿੱਚ ਕਿਹੜੀ ਚੀਜ਼ ਖਾਈਏ ਜਿਹੜਾ ਆ ਉਹ ਮੇਨਟੇਨ ਹੋ ਜਾਵੇ। ਅਗਰ ਉਹ ਮੇਨਟੇਨ ਤੋਂ ਵੱਧਦਾ ਆ ਤਾਂ ਉਹ ਵੀ ਸਾਡੇ ਲਈ ਹਾਨੀਕਾਰਕ ਹੈ, ਜੇ ਮੇਨਟੇਨੈਂਸ ਤੋਂ ਜਿਹੜਾ ਘਟਦਾ ਆ ਤਾਂ ਉਹ ਵੀ ਸਾਡੇ ਵਾਸਤੇ ਜਿਹੜਾ ਆ ਹਾਨੀਕਾਰਕ ਹੋ ਸਕਦਾ। ਇਸੇ ਕਰਕੇ ਮੈਂ ਇਹੀ ਸਲਾਹ ਦੇਣਾ ਚਾਹਾਂਗਾ ਕਿ ਜਦੋਂ ਵੀ ਸਾਨੂੰ ਲੱਗੇ ਕਿ ਹਾਂ ਸਾਡੇ ਸਰੀਰ ਦੀ ਜਿਹੜੀ ਆ ਗਤੀਵਿਧੀਆਂ ਜਾਂ ਮਤਲਬ ਐਕਟੀਵਿਟੀ ਜਿਹੜੀਆਂ ਨੇ ਉਹ ਘਟ ਰਹੀਆਂ ਨੇ, ਜਾਂ ਮਤਲਬ ਇਸ ਤਰ੍ਹਾਂ ਦਾ ਫੀਲ ਹੋਵੇ ਵੀ ਸਾਡਾ ਜਿਹੜਾ ਆ ਬਲੱਡ ਪ੍ਰੈਸ਼ਰ ਘਟ ਰਿਹਾ ਆ, ਤਾਂ ਸਾਨੂੰ ਜਿਹੜਾ ਉਹਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਹਾਂ, ਡਾਕਟਰੀ ਨੂੰ ਚੈੱਕ ਕਰਵਾ ਕੇ ਡਾਕਟਰ ਦੀ ਸਲਾਹ ਦੇ ਨਾਲ ਜਿਹੜਾ ਆ ਇਸ ਤਰ੍ਹਾਂ ਦਾ ਕੋਈ ਜਿਹੜਾ ਆ ਐਕਟੀਵਿਟੀ ਜਿਹੜੀ ਆ ਆਪਣੇ ਸਰੀਰ ਦੇ ਵਿੱਚ ਜਾਂ ਕੋਈ ਇਦਾਂ ਦੀ ਕਾਰਵਾਈ ਜਿਹੜੀ ਕਰਨੀ ਚਾਹੀਦੀ ਆ। ਤੇ ਦੂਸਰੀ ਗੱਲ ਜਿਹੜੀ ਫੈਟੀ ਲੀਵਰ ਦੀ ਕਰਦੇ ਸੀਗੇ, ਉਹਦੀ ਵੀ ਆਦਤ ਨੂੰ ਜਿਹੜਾ ਆ ਉਹਦੀ ਫੈਟੀ ਲੀਵਰ ਦੇ ਜਿਹੜੇ ਆ ਰੋਗ ਨੂੰ ਵੀ ਅਸੀਂ ਇਸੇ ਤਰ੍ਹਾਂ ਖਤਮ ਕਰ ਸਕਦੇ ਆ। ਅਸੀਂ ਤਾਜ਼ਾ ਭੋਜਨ ਛਕੀਏ, ਕਹਿਣ ਤੋਂ ਭਾਵ ਜ਼ਿਆਦਾ ਗਰਮ ਨਾ ਖਾਈਏ, ਵੀ ਇਹ ਨਾ ਹੋਵੇ ਕਿ ਜੇ ਕੋਈ ਗੈਸ ਤੋਂ ਉੱਤਰੀ ਜਿਹੜੀ ਚਪਾਤੀ ਆ ਜਾਂ ਮਤਲਬ ਸਬਜ਼ੀ ਆ, ਅਸੀਂ ਉਹਨੂੰ ਇੰਨਾ ਜ਼ਿਆਦਾ ਗਰਮ ਕਰਦੇ ਆ ਤੇ ਉਸ ਤੋਂ ਬਾਅਦ 'ਚ ਉਹਨੂੰ ਖਾਣਾ ਸ਼ੁਰੂ ਕਰ ਦਿੰਦੇ ਆ, ਤੇ ਉਸ ਤੋਂ ਸਾਨੂੰ ਜੇ ਮਿਰਚ ਤੇਜ਼ ਲੱਗਦੀ ਆ, ਜਾਂ ਇਹ ਵੀ ਕਹਿ ਸਕਦੇ ਕਈਆਂ ਨੂੰ ਆਦਤ ਹੁੰਦੀ ਆ ਨਾਲ ਪਾਣੀ ਪੀਣ ਦੀ, ਤੇ ਇੱਕ ਚਮਚਾ ਜਿਹੜਾ ਦਾਲ ਸਬਜ਼ੀ ਦਾ ਖਾਦਾ ਜਾਂ ਕਿਸੇ ਵੀ ਚੀਜ਼ ਦਾ ਇਦਾਂ ਦਾ ਖਾਦਾ ਜੋ ਗਰਮ ਹੈ, ਤੇ ਉਸ ਉੱਤੋਂ ਜਿਹੜਾ ਪਾਣੀ ਦਾ ਘੁੱਟ ਭਰ ਲਿਆ। ਦੂਸਰਾ ਗੱਲ, ਕੋਲਡ ਡਰਿੰਕਸ ਦੇ ਨਾਲ ਵੀ ਜਿਹੜਾ ਆ ਫੈਟੀ ਲੀਵਰ ਦਾ ਜਿਹੜਾ ਆ ਜ਼ਿਆਦਾ ਜਿਹੜਾ ਆ ਪ੍ਰਭਾਵ ਪੈਂਦਾ ਆ ਸਾਡੇ ਲੀਵਰ ਦੇ ਉੱਤੇ, ਤਾਂ ਉਸ ਸਾਨੂੰ ਜਿਹੜਾ ਆ ਇਸ ਤਰ੍ਹਾਂ ਦੀ ਜਿਹੜੀ ਆ ਰੋਕਥਾਮ ਕਰਨੀ ਚਾਹੀਦੀ ਆ। ਸਾਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਦਵਾਈ ਨਾਲੋਂ, ਮੈਡੀਸਿਨ ਨਾਲੋਂ ਜਿਹੜਾ ਆ ਪਰਹੇਜ਼ ਜ਼ਿਆਦਾ ਕੰਮ ਕਰਦਾ ਆ। ਜੇ ਤੁਸੀਂ ਦਵਾਈ ਵੀ ਖਾਓਗੇ ਤੇ ਜਿਹੜਾ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਰਦੇ ਰਹੋਗੇ, ਤਾਂ ਫਿਰ ਜਿੰਨਾ ਚਿਰ ਤੁਸੀਂ ਇਹਦਾ ਜਿਹੜਾ ਆ ਪਰਹੇਜ਼ ਨਹੀਂ ਕਰਦੇ, ਉਹਨਾਂ ਚਿਰ ਬਿਮਾਰੀ ਨੂੰ ਆਪਣੇ ਸਰੀਰ ਤੋਂ ਜਿਹੜਾ ਆ ਦੂਰ ਨਹੀਂ ਕਰ ਸਕਦੇ। ਬਿਲਕੁਲ ਜੀ। ਤੇ ਹੁਣ ਆਪਣੇ ਅਗਲੇ ਸੈਗਮੈਂਟ ਵੱਲ ਵਧਦੇ ਹਾਂ ਜੋ ਹੈ ਇਤਿਹਾਸ ਦਾ, ਤੇ ਅੱਜ ਦੇ ਇਤਿਹਾਸ ਵਿੱਚ ਕੀ ਹੈ ਖਾਸ? ਬਿਲਕੁਲ ਜੀ, ਅੱਜ ਦੇ ਇਤਿਹਾਸ ਦੇ ਨਾਲ ਜਿਹੜੀਆਂ ਘਟਨਾਵਾਂ ਆਪਣੇ ਦਰਸ਼ਕਾਂ ਦੇ ਨਾਲ ਰੋਹੀ ਜੀ ਅੱਜ ਸਾਂਝੀਆਂ ਕਰਾਂਗੇ, ਤੇ ਆਓ ਅਸੀਂ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਤੇ ਰੋਹੀ ਜੀ, ਸ਼ੁਰੂ ਕਰਦੇ ਆਪਾਂ 1635 ਤੋਂ। ਗੁਰੂ ਹਰਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਜਿਹੜਾ ਆ ਮੁਗਲਾਂ ਤੇ ਸਿੱਖਾਂ ਦੇ ਵਿਚਕਾਰ ਜਿਹੜਾ ਕਰਤਾਰਪੁਰ ਦੀ ਜਿਹੜੀ ਆ ਲੜਾਈ ਹੋਈ ਸੀਗੀ। ਤੇ ਰੋਹੀ ਜੀ, ਮੈਂ ਤੁਹਾਨੂੰ ਦੱਸ ਦੇਵਾਂ, ਕਰਤਾਰਪੁਰ ਜੇ ਅਸੀਂ ਗੱਲ ਕਰੀਏ ਸਿੱਖ ਇਤਿਹਾਸ ਦੇ ਵਿੱਚ, ਕਰਤਾਰਪੁਰ ਦੋ ਨੇ। ਕਰਤਾਰਪੁਰ ਇੱਕ ਤਾਂ ਜਿਹੜਾ ਪਾਕਿਸਤਾਨ ਦੇ ਵਿੱਚ ਹੈ, ਕਰਤਾਰਪੁਰ ਲਾਂਘਾ ਜੀ, ਹਾਂਜੀ, ਲਾਂਘੇ ਦੇ ਵਿੱਚ ਜਿਹੜਾ ਲੰਘ ਕੇ ਅਸੀਂ ਬਾਰਡਰ ਤੋਂ ਜਾਂਦੇ ਹਾਂ ਕਰਤਾਰਪੁਰ ਤੇ। ਉਸ ਕਰਤਾਰਪੁਰ ਦਾ ਇਤਿਹਾਸ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਲ ਜਿਹੜਾ ਆ ਜੁੜਿਆ ਹੋਇਆ ਆ। ਤੇ ਇੱਕ ਕਰਤਾਰਪੁਰ ਹੈਗਾ ਆ ਜਲੰਧਰ ਦੇ ਜਿਹੜਾ ਆ ਲਾਗੇ ਆ, ਤੇ ਫਗਵਾੜੇ ਤੋਂ ਅੱਗੇ ਜਾ ਕੇ ਆ।
ਉਸਥੇ ਵੀ ਜਿਹੜਾ ਆ ਕਾਫੀ ਇਤਿਹਾਸ ਜਿਹੜਾ ਆ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ, ਮਾਤਾ ਗੁਜਰੀ ਜੀ ਦੇ ਨਾਲ, ਤੇ ਨੌਵੇਂ ਸਿੱਖਾਂ ਦੇ ਜਿਹੜੇ ਗੁਰੂ ਤੇਗ ਬਹਾਦਰ ਜੀ, ਤਿਆਗਮੱਲ ਜੀ ਦੇ ਨਾਲ ਵੀ ਜਿਹੜਾ ਆ ਉਹ ਜੁੜਿਆ ਹੋਇਆ ਆ ਇਹ ਕਰਤਾਰਪੁਰ ਦਾ। ਉੱਥੇ ਗੁਰੂ ਹਰਗੋਬਿੰਦ ਸਿੰਘ ਜੀ ਦੀ ਜਿਹੜੀ ਆ ਪੈਂਡੇ ਖਾਨ ਦੇ ਨਾਲ ਜਿਹੜੀ ਆ ਉਹ ਲੜਾਈ ਹੋਈ ਸੀਗੀ, ਤੇ ਉਹਦੇ ਵਿੱਚ ਜਿਹੜਾ ਆ ਹੋਰ ਵੀ ਜਿਹੜੇ ਮੁਸਲਮਾਨ ਜਿਹੜੇ ਸੀਗੇ ਆਗੂ ਆਪਣੇ ਆਪ ਨੂੰ ਜਿਹੜੇ ਆ ਖੱਬੀ ਖਾਨ ਕਹਾਉਂਦੇ ਆ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜਿਹੜਾ ਉਹਨਾਂ ਦੀ ਲੜਾਈ ਹੋਈ ਸੀਗੀ, ਜੰਗ ਹੋਈ ਸੀਗੀ, ਉਹਦੇ ਵਿੱਚ ਉਹ ਮਾਰੇ ਗਏ ਸੀਗੇ। ਸੋ ਇਸੇ ਤਰ੍ਹਾਂ ਦੇ ਜਿਹੜੇ ਆ ਕਰਤਾਰਪੁਰ ਸਾਨੂੰ ਜਿਹੜਾ ਆ ਯਾਦ ਰੱਖਣਾ ਚਾਹੀਦਾ ਕਿ ਕਰਤਾਰਪੁਰ ਜਿਹੜੇ ਨੇ ਦੋ ਨੇ, ਇੱਕ ਜਲੰਧਰ ਦੇ ਲਾਗੇ ਆ ਤੇ ਇੱਕ ਕਰਤਾਰਪੁਰ ਜਿਹੜਾ ਆ ਪਾਕਿਸਤਾਨ ਦੇ ਵਿੱਚ ਹੈ, ਤੇ ਸਾਨੂੰ ਇਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਸਮਝਣਾ ਚਾਹੀਦਾ ਆ, ਤੇ ਇਹ ਨਾ ਹੋਈਏ ਕਿ ਅਸੀਂ ਜਿਹੜਾ ਆ ਇਹੀ ਇਤਿਹਾਸ ਨੂੰ ਜਿਹੜਾ ਆ ਪਾਕਿਸਤਾਨ ਦੇ ਕਰਤਾਰਪੁਰ ਦੇ ਨਾਲ ਜਿਹੜਾ ਆ ਜੋੜ ਕੇ ਦੇਖੀਏ। ਹਾਂਜੀ ਜੀ, ਅਸੀਂ ਗੱਲ ਕਰਾਂਗੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਰਤਾਰਪੁਰ ਦੀ ਲੜਾਈ ਬਾਰੇ। ਇਸ ਲੜਾਈ ਦਾ ਤੁਰੰਤ ਕਾਰਨ ਪੈਂਦੇ ਖਾਨ ਦੀ ਗੁਰੂ ਦੀ ਸੇਵਾ ਛੱਡਣ ਤੇ ਉਸ ਦੇ ਸਿੱਖਾਂ ਨਾਲ ਹੋਏ ਝਗੜੇ ਤੋਂ ਬਾਅਦ ਸਾਮਰਾਜਵਾਦੀ ਫੌਜ ਵਿੱਚ ਸ਼ਾਮਲ ਹੋਣ ਕਾਰਨ ਹੋਈ ਸੀ। ਪੈਂਦੇ ਖਾਨ ਗੁਰੂ ਜੀ ਦੀ ਸੇਵਾ ਵਿੱਚ ਇੱਕ ਪਠਾਨਾਂ ਦਾ ਰਹਿਬਰ ਸੀ ਜਿਸ ਨੇ ਸਿੱਖਾਂ ਨਾਲ ਰਾਜਾ ਵਿਰੁੱਧ ਲੜਾਈ ਲੜੀ ਸੀ। ਫਿਰ ਪੈਂਦੇ ਖਾਨ ਤੇ ਕਾਲੇ ਖਾਨ ਨੇ ਜਲੰਧਰ ਦੇ ਫੌਜਦਾਰ ਕੁਤਬ ਖਾਨ ਦੁਆਰਾ ਸ਼ਾਹੀ ਮੁਹਿੰਮ ਦੀ ਕਮਾਂਡ ਦਿੱਤੀ। ਜੀ ਬਿਲਕੁਲ ਜੀ, ਗੁਰੂ ਹਰਗੋਬਿੰਦ ਜੀ ਦੇ ਬੇਟੇ ਬਾਬਾ ਗੁਰਦਿੱਤਾ ਜੀ ਭਾਈ ਬਿਧੀ ਚੰਦ ਨਾਲ ਜਦੋਂ ਬਚਾਓ ਕਾਰਜ ਦਾ ਹੁਕਮ ਦਿੱਤਾ, ਜਦੋਂ ਕਰਤਾਰਪੁਰ ਵਿੱਚ ਸਿੱਖਾਂ ਨੂੰ ਜਿਹੜਾ ਘੇਰ ਲਿਆ ਸੀ, ਤਾਂ ਗੁਰੂ ਸਾਹਿਬ ਨੇ ਆਪ ਇਸ ਕਿਰਿਆ ਦੇ ਵਿੱਚ ਜਿਹੜਾ ਹਿੱਸਾ ਲਿਆ। ਪੈਂਦੇ ਖਾਨ ਨੇ ਆਪਣੀ ਤਲਵਾਰ ਨਾਲ ਗੁਰੂ ਜੀ ਉੱਤੇ ਹਮਲਾ ਕੀਤਾ, ਪਰ ਗੁਰੂ ਜੀ ਨੇ ਆਪਣੇ ਆਪ ਨੂੰ ਬਚਾਉਂਦਿਆਂ ਜਿਹੜਾ ਉਸ ਦੀ ਚੁਣੌਤੀ ਨੂੰ ਸਵੀਕਾਰ ਕੀਤਾ। ਗੱਲ ਇਹ ਵੀ ਹੈ ਕਿ ਜਦੋਂ ਕੋਈ ਸਿੱਖਾਂ ਦੇ ਉੱਤੇ ਚੜ੍ਹ ਕੇ ਆਉਂਦਾ ਉਸ ਨੂੰ ਜਵਾਬ ਦੇਣਾ ਵਾਜਿਬ ਸਮਝਿਆ, ਪਰ ਕਦੀ ਵੀ ਜਿਹੜਾ ਆ ਸਿੱਖਾਂ ਦੇ ਗੁਰੂ ਜਾਂ ਸਿੱਖ ਜਾਂ ਅਸੀਂ ਪੁਰਾਤਨ ਆਪਣੇ ਸਿੰਘਾਂ ਦੀ ਗੱਲ ਕਰ ਲਈਏ, ਕਦੀ ਵੀ ਕਿਸੇ ਤੇ ਚੜ੍ਹ ਕੇ ਨਹੀਂ ਗਏ। ਜਿਹੜਾ ਕੋਈ ਚੜ੍ਹ ਕੇ ਆਇਆ ਆ ਉਸ ਨੂੰ ਜਿਹੜਾ ਆ ਜਵਾਬ ਦਿੱਤਾ ਆ, ਤੇ ਉਹਨੂੰ ਜਿਹੜੀ ਆ ਮੂੰਹ ਦੀ ਖਾਣੀ ਜ਼ਰੂਰ ਪਈ ਆ, ਤੇ ਉਸ ਦੀ ਚੁਣੌਤੀ ਨੂੰ ਸਵੀਕਾਰ ਕਰਨ ਤੋਂ ਬਾਅਦ ਉਸ ਨੂੰ ਉਸੇ ਸਿੱਕੇ ਵਿੱਚ ਜਿਹੜਾ ਆ ਵਾਪਸ ਕਰ ਦਿੱਤਾ। ਕਹਿਣ ਤੋਂ ਭਾਵ ਜਿਹੜਾ ਆ ਜੇ ਕੋਈ ਵਾਰ ਕਰੇਗਾ ਤਾਂ ਉਹਦੇ ਵਾਰ ਦਾ ਜਵਾਬ ਸਾਨੂੰ ਵੀ ਜਿਹੜਾ ਆ ਉਸੇ ਤਰ੍ਹਾਂ ਦੇ ਵਾਰ ਦੇ ਨਾਲ ਦੇਣਾ ਪਏਗਾ। ਕਿਹਾ ਜਾਂਦਾ ਕਿ ਗੁਰੂ ਜੀ ਨੇ ਉਸ ਨੂੰ ਆਖਰੀ ਜਿਹੜਾ ਆ ਸਾਹ ਲੈਂਦੇ ਵੇਖੇ ਜਿਹੜਾ ਆ ਉਹ ਰੋਏ ਸੀਗੇ ਜਦੋਂ ਪੈਂਦੇ ਖਾਨ, ਕਿਉਂਕਿ ਪੈਂਦੇ ਖਾਨ ਹਰਗੋਬਿੰਦ ਪਾਤਸ਼ਾਹ ਜੀ ਦੇ ਜਿਹੜਾ ਆ ਹੱਥਾਂ ਦੇ ਵਿੱਚ ਜਿਹੜਾ ਆ ਉਹਦਾ ਬਚਪਨ ਜਿਹੜਾ ਆ ਬੀਤਿਆ ਸੀਗਾ, ਤੇ ਉਹਨਾਂ ਨੇ ਜਿਹੜਾ ਉਸ ਨੂੰ ਪਾਲਿਆ ਪੋਸਿਆ ਸੀਗਾ। ਤੇ ਪੈਂਦੇ ਖਾਨ ਦੀ ਜਿਹੜੀ ਆ ਇੱਕ ਖਾਸੀਅਤ ਸੀਗੀ ਕਿ ਪੈਂਦੇ ਖਾਨ ਜਿਹੜਾ ਆ ਉਹ ਘੋੜੇ ਦੇ ਥੱਲੇ ਵੜ ਕੇ ਜਿਹੜਾ ਆ ਉਹ ਘੋੜਾ ਚੱਕ ਲੈਂਦਾ ਸੀ, ਇੰਨਾ ਜਿਹੜਾ ਬਲੀ ਸੀਗਾ। ਤੇ ਬਾਬਾ ਬਿਧੀ ਚੰਦ ਜੀ ਦੇ ਨਾਲ ਵੀ ਜਿਹੜਾ ਆ ਇਹਨਾਂ ਦਾ ਕਾਫੀ ਮੇਲ ਜੋਲ ਰਿਹਾ ਆ। ਜੀ ਹਾਂਜੀ, ਤੇ ਬਚਪਨ ਵਿੱਚ ਉਸ ਦਾ ਖੇਡ ਖਿਡਾਰੀ ਅਮਾਨ ਖਾਨ ਨੇ ਜਦੋਂ ਹੱਥ ਲੜਾਈ ਵਿੱਚ ਹਮਲਾ ਕੀਤਾ ਤਾਂ ਉਸ ਵੇਲੇ ਬਾਬਾ ਗੁਰਦਿੱਤਾ ਨੇ ਬਚਾ ਲਿਆ। ਹਾਲਾਂਕਿ ਬਾਬੇ ਨੇ ਇਸ ਟਿੱਪਣੀ ਨਾਲ ਉਸ ਦੇ ਜਮਾਤੀ ਦੀ ਮੌਤ ਤੇ ਸੋਗ ਕੀਤਾ ਕਿ ਉਸ ਨੂੰ ਮਾਰ ਦੇਣਾ ਸਫਲਤਾ ਦਾ ਪੈਮਾਨਾ ਨਹੀਂ ਮੰਨਿਆ ਗਿਆ, ਬਲਕਿ ਨਿਰਾਸ਼ਾ ਦੀ ਸਥਿਤੀ ਵਿੱਚ ਮਿੱਤਰ ਨੂੰ ਮਾਰਨ ਲਈ ਮਜਬੂਰ ਹੋਣਾ ਪਿਆ। ਜਰਨੈਲ ਕੁਤਬ ਖਾਨ ਤੇ ਕਾਲੇ ਖਾਨ ਦੋਵੇਂ ਗੁਰੂ ਹਰਗੋਬਿੰਦ ਜੀ ਦੇ ਹੱਥੋਂ ਮਾਰੇ ਗਏ ਸਨ। ਬਿਲਕੁਲ ਜੀ, ਤੇ ਇਸੇ ਸਾਲ 29 ਮਾਰਚ 1849 ਵਿੱਚ ਪੰਜਾਬ ਰਾਜ ਦਾ ਵੀ ਖਾਤਮਾ ਹੋ ਗਿਆ। ਡਲਹੌਜ਼ੀ ਨੇ ਦਲੀਪ ਨੂੰ ਬਾਹੋਂ ਪਕੜ ਕੇ ਗਾਦਿਓ ਲਾ ਦਿੱਤਾ। 28 ਨਵੰਬਰ ਡਲਹੌਜ਼ੀ ਲਾਹੌਰ ਆਇਆ। ਕਿਲੇ ਦੇ ਬੂਹੇ ਤੇ ਦਲੀਪ ਹਾਥੀ ਤੇ ਚੜ੍ਹ ਕੇ ਡਲਹੌਜ਼ੀ ਨੂੰ ਮਿਲਿਆ। ਦਰਬਾਰ ਹੋਇਆ, ਇੱਕ ਦੂਜੇ ਨੂੰ ਤੋਹਫੇ ਦਿੱਤੇ ਗਏ। 11 ਦਸੰਬਰ ਨੂੰ ਡਲਹੌਜ਼ੀ ਦੇ ਸਕੱਤਰ ਵੱਲੋਂ ਦਲੀਪ ਨੂੰ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ ਗਿਆ। ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਸ਼ਿਵਦੇਵ ਸਿੰਘ ਤੇ ਉਸ ਦੀ ਮਾਂ ਨੂੰ ਵੀ ਮਹਾਰਾਜੇ ਦੇ ਨਾਲ ਹੀ ਫਤਿਹਗੜ੍ਹ ਯੂਪੀ ਭੇਜ ਦਿੱਤਾ ਗਿਆ। ਜੀ, 21 ਦਸੰਬਰ ਨੂੰ ਦਲੀਪ ਆਪਣੇ ਪਿਤਾ ਦੀ ਸਮਾਧ ਤੇ ਫੁੱਲ ਚੜਾਉਣ ਲਈ ਗਿਆ ਤੇ ਪਿਤਾ ਦੇ ਪੈਰਾਂ ਵੱਲ ਬੈਠ ਕੇ ਕਾਫੀ ਦੇਰ ਤੱਕ ਰੋਂਦਾ ਰਿਹਾ, ਉਹਨਾਂ ਨੂੰ ਯਾਦ ਕਰਦਾ ਰਿਹਾ। ਸ਼ਾਇਦ ਉਸ ਨੂੰ ਲੱਗ ਰਿਹਾ ਸੀ ਕਿ ਉਹ ਮੁੜ ਕੇ ਪੰਜਾਬ ਦੀ ਧਰਤੀ ਤੇ ਕਦੇ ਵੀ ਪੈਰ ਨਹੀਂ ਰੱਖੇਗਾ ਜਾਂ ਰੱਖ ਸਕੇਗਾ। ਉਸ ਦੀ ਜਿਹੜੀ ਇਦਾਂ ਦੀ ਮੰਨਣੀ ਸੀ, ਸੋਚਣੀ ਸੀ, ਉਸ ਨੂੰ ਲੱਗ ਰਿਹਾ ਸੀ ਇਸ ਤਰ੍ਹਾਂ। ਸਵੇਰੇ 9 ਵਜੇ ਜਦੋਂ ਲੋਗਨ ਦੀ ਨਿਗਰਾਨੀ ਹੇਠ ਦਲੀਪ ਸਦਾ ਲਈ ਲਾਹੌਰ ਛੱਡ ਤੁਰਿਆ ਤਾਂ ਰਾਤ ਨੂੰ 1 ਵਜੇ ਦਲੀਪ ਦੇ ਡੇਰੇ ਦੀ ਪੂਰੀ ਤਰ੍ਹਾਂ ਰਾਖੀ ਕੀਤੀ ਜਾਂਦੀ ਹੈ। ਫਿਰੋਜ਼ਪੁਰ, ਲੁਧਿਆਣਾ, ਅੰਬਾਲਾ, ਸਹਾਰਨਪੁਰ ਹੁੰਦੇ ਹੋਏ 27 ਫਰਵਰੀ ਨੂੰ ਫਤਿਹਗੜ੍ਹ ਪੁੱਜੇ। ਅੰਗਰੇਜ਼ਾਂ ਨੇ ਦਲੀਪ ਨੂੰ ਪੱਕੇ ਤੌਰ ਤੇ ਈਸਾਈ ਬਣਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਹੋਈ ਸੀਗੀ, ਉਹਨਾਂ ਦਾ ਜ਼ੋਰ ਪੂਰਾ ਸੀਗਾ। ਸੋ ਇਸ ਮਕਸਦ ਨੂੰ ਪੂਰਾ ਕਰਨ ਲਈ ਉਹ ਸਾਰੇ ਜਿਹੜੇ ਨੇ ਉਪਰਾਲੇ ਕਰ ਰਹੇ ਸਨ, ਹੱਥ ਕੰਡੇ ਬਣਾ ਰਹੇ ਸਨ। ਜੀ, ਲਾਹੌਰ ਤੋਂ ਤੁਰਨ ਵੇਲੇ ਬਹੁਤ ਸਾਰੇ ਸਿੱਖ ਹਟਾ ਦਿੱਤੇ ਗਏ। ਜਲੂਸ ਨਾਲ ਵਧੇਰੇ ਮੁਸਲਮਾਨ ਸਨ। ਸਿੱਖ ਗ੍ਰੰਥੀ ਤੇ ਪੰਡਤ ਜੋ ਹਰ ਵੇਲੇ ਮਹਾਰਾਜੇ ਨਾਲ ਰਹਿੰਦੇ ਸੀ, ਸਭ ਹਟਾ ਦਿੱਤੇ ਗਏ।
ਕਿਸੇ ਅਣਸੁਖਾਵੀ ਘਟਨਾ ਤੋਂ ਬਚਣ ਲਈ 21 ਦਸੰਬਰ ਸਨ 1850 ਵਿੱਚ ਫਿਰੰਗੀਆਂ ਵੱਲੋਂ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਫਤਿਹਗੜ੍ਹ ਲਿਜਾਇਆ ਗਿਆ, ਜਿੱਥੇ ਉਸ ਨੂੰ ਈਸਾਈ ਮਿਸ਼ਨਰੀਆਂ ਦੇ ਹਵਾਲੇ ਕੀਤਾ ਗਿਆ। ਡਾਕਟਰ ਸਰ ਲੋਗਿਨ ਨੂੰ ਜਲੰਧਰ ਤੋਂ ਬੁਲਾ ਕੇ ਦਲੀਪ ਸਿੰਘ ਦਾ ਰੱਖਿਆ ਬਣਾਇਆ ਗਿਆ। ਇੱਥੇ ਹੀ 6 ਅਪ੍ਰੈਲ 1849 ਵਿੱਚ ਦਲੀਪ ਸਿੰਘ ਦੀ ਨਵੀਂ ਜ਼ਿੰਦਗੀ ਸ਼ੁਰੂ ਹੋਈ। ਇੱਥੇ ਉਸ ਦਾ ਮਜ਼ਹਬ ਬਦਲ ਕੇ ਈਸਾਈ ਧਰਮ ਵਿੱਚ ਦਾਖਲ ਕਰ ਦਿੱਤਾ ਗਿਆ। ਜੀ, ਲੋਗਿਨ ਆਪਣੀ ਇੱਕ ਚਿੱਠੀ ਵਿੱਚ ਲਿਖਦਾ ਹੈ ਕਿ ਦਲੀਪ ਸਿੰਘ ਬੜੇ ਹੀ ਚੰਗੇ ਸੁਭਾਅ ਦਾ ਹੁਸ਼ਿਆਰ ਤੇ ਖੂਬਸੂਰਤ ਲੜਕਾ ਹੈ। ਇੱਕ ਹੋਰ ਚਿੱਠੀ ਵਿੱਚ ਲੋਗਿਨ ਲਿਖਦਾ ਹੈ ਕਿ ਮੇਰੀ ਰਾਏ ਵਿੱਚ ਦਲੀਪ ਬਹੁਤ ਹੀ ਹੁਸ਼ਿਆਰ ਲੜਕਾ ਹੈ। ਮੈਨੂੰ ਇਉਂ ਭਾਂਸਦਾ ਹੈ, ਮਤਲਬ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਪਣੇ ਲਾਗੇ ਰਹਿਣ ਵਾਲਿਆਂ ਦੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਜਿਸ ਤਰ੍ਹਾਂ ਇੱਕ ਅੰਗਰੇਜ਼ ਜਿਹੜਾ ਆ ਬਚਾ ਵੀ ਨਹੀਂ ਸਮਝ ਸਕਦਾ। ਵੀ ਮਤਲਬ ਉਹ ਅੰਗਰੇਜ਼ ਜਿਹੜੇ ਆ ਉਸ ਨੂੰ ਨਹੀਂ ਇਸ ਤਰੀਕੇ ਦੇ ਨਾਲ ਜਿਹੜੇ ਸਮਝ ਸਕਦੇ। 10 ਅਪ੍ਰੈਲ 1849 ਚ ਜਿਹੜਾ ਆ ਲਾਗਿਨ ਆਪਣੀ ਬੀਵੀ ਨੂੰ ਚਿੱਠੀ ਲਿਖਦਾ, ਯਾਨੀ ਆਪਣੀ ਸੁਪਤਨੀ ਨੂੰ ਜਿਹੜਾ ਆ ਚਿੱਠੀ ਲਿਖਦਾ ਆ ਤੇ ਦਲੀਪ ਮੇਰੇ ਤੋਂ ਬਹੁਤ ਖੁਸ਼ ਦਿਖਦਾ ਹੈ। ਮੈਨੂੰ ਆਸ ਹੈ ਕਿ ਇੱਕ ਦੂਜੇ ਨੂੰ ਜਿਹੜਾ ਆ ਉਹ ਪਸੰਦ ਕਰਾਂਗੇ। ਉਹ ਬੜਾ ਆਗਿਆਕਾਰ ਫਾਰਸੀ ਤੇ ਅੰਗਰੇਜ਼ੀ ਵੀ ਜਿਹੜਾ ਆ ਉਹ ਜਾਣਦਾ ਆ ਤੇ ਪੜ੍ਹਦਾ ਵੀ ਆ। ਵੇਲੇ ਵਕਤ ਬਾਜਾਂ ਨਾਲ ਸ਼ਿਕਾਰ ਖੇਡਦਾ ਹੈ ਤੇ ਬਾਜਾਂ ਦੀਆਂ ਤਸਵੀਰਾਂ ਬਣਾਉਂਦਾ ਹੈ। ਵਿਲਾਇਤ ਬਾਰੇ ਗੱਲਾਂ ਸੁਣਨ ਦਾ ਬੜਾ ਸ਼ੌਂਕ ਰੱਖਦਾ ਹੈ। ਲੋਗਿਨ ਦੇ ਆਉਣ ਨਾਲ ਦਲੀਪ ਦੀਆਂ ਧਾਰਮਿਕ ਵਿਦਿਅਕ ਬਿਲਕੁਲ ਜਿਹੜੀਆਂ ਨੇ ਉਹ ਬੰਦ ਹੋ ਗਈਆਂ। ਹਾਂਜੀ ਜੀ, ਪੰਜਾਬੀ ਪੜ੍ਹਨੋਂ ਵੀ ਇਹਨਾਂ ਨੂੰ ਹਟਾ ਦਿੱਤਾ ਗਿਆ। ਹੁਣ ਅੰਗਰੇਜ਼ੀ ਦੀ ਪੜ੍ਹਾਈ ਤੇਜ਼ੀ ਕਰਨ ਵਾਸਤੇ ਥੋਮਸ ਲਾਂਬਰਟ ਬਾਰਲੋ ਤੇ ਇੱਕ ਹੋਰ ਉਸਤਾਦ ਰੱਖ ਲਿਆ ਗਿਆ। ਤੇ ਜਿੱਥੇ ਪਹਿਲਾ ਮਹਾਰਾਜਾ ਰੋਜ਼ ਗੁਰਬਾਣੀ ਦਾ ਕੀਰਤਨ, ਸ਼ਬਦ ਦੀ ਕਥਾ ਤੇ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਦਾ ਸੀ, ਹੁਣ ਅੰਜੀਲ ਦੀਆਂ ਆਇਤਾਂ ਤੇ ਈਸਾਈ ਮਤ ਦੀਆਂ ਸਾਖੀਆਂ ਸੁਣਾਈ ਜਾਣ ਲੱਗੀਆਂ। ਇੱਕ ਹੋਰ ਗੱਲ ਉਸ ਦੇ ਦਿਮਾਗ ਵਿੱਚ ਭਰੀ ਜਾ ਰਹੀ ਸੀ ਕਿ ਉਸ ਦੇ ਸਭ ਤੋਂ ਵੱਡੇ ਦੁਸ਼ਮਣ ਸਿੱਖ ਨੇ। ਸਿੱਖਾਂ ਦੇ ਘਰੋਂ ਹੀ ਪੈਦਾ ਹੋਇਆ ਸੀਗਾ ਅਤੇ ਸਿੱਖਾਂ ਦੇ ਵਿੱਚ ਹੀ ਜਿਹੜਾ ਉਸਨੇ ਜਨਮ ਲਿਆ ਸੀ, ਪਰ ਉਸ ਦਾ ਧਰਮ ਤਬਦੀਲ ਕਰਨ ਦੇ ਵਿੱਚ ਅੰਗਰੇਜ਼ਾਂ ਨੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਕੋਈ ਕਸਰ ਨਹੀਂ ਛੱਡੀ ਤੇ ਸਿੱਖੀ ਸਿਧਾਂਤਾਂ ਦੇ ਉਲਟ ਜਿਹੜਾ ਆ ਉਸ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਗਏ। ਉਸ ਨੂੰ ਇਹੀ ਸਮਝਾਇਆ ਜਾਂਦਾ, ਇਹੀ ਦੱਸਿਆ ਜਾਂਦਾ ਕਿ ਅਗਰ ਇਸ ਦੁਨੀਆ ਦੇ ਵਿੱਚ ਇਸ ਭਾਈਚਾਰੇ ਦੇ ਵਿੱਚ ਜੇ ਕੋਈ ਤੇਰਾ ਦੁਸ਼ਮਣ ਹੈ ਤਾਂ ਉਹ ਸਿੱਖ ਨੇ। ਇਹਨਾਂ ਨੇ ਹੀ ਦਲੀਪ ਦਾ ਸਭ ਕੁਝ ਵਿਗਾੜਿਆ। ਅੱਠੇ ਪਹਿਰ ਦੀ ਜਿਹੜੀ ਆ ਪੜੋਤੀ ਉਸ ਦੇ ਨਾਲ ਮਾਸੂਮ ਦਿਲ ਵਿੱਚ ਸਿੱਖਾਂ ਵਾਸਤੇ ਨਫ਼ਰਤ ਜਿਹੜੀ ਆ ਲਗਾਤਾਰ ਭਰੀ ਜਾ ਰਹੀ ਸੀ। ਦਲੀਪ ਨੇ ਮੈਨੂੰ ਦੱਸਿਆ ਕਿ ਹੁਣ ਉਸ ਨੂੰ ਸਿੱਖਾਂ ਤੇ ਭਰੋਸਾ ਨਹੀਂ ਰਿਹਾ। ਮੇਰੇ ਨਾਲ ਹੋਏ ਬਿਨਾਂ ਉਹ ਸੈਰ ਜਿਹੜਾ ਆ ਕਰਨ ਨੂੰ ਵੀ ਨਹੀਂ ਜਾਂਦਾ, ਵੀ ਜਿਹੜਾ ਆ ਮੇਰੇ ਨਾਲ ਉਹ ਸੈਰ ਕਰਨ ਨੂੰ ਵੀ ਨਹੀਂ ਜਾਂਦਾ ਤੇ ਉਹ ਮੇਰੇ ਨਾਲ ਬੜਾ ਬੇਤੁਕਾ ਜਿਹੜਾ ਆ ਉਹ ਸਲੂਕ ਕਰਦਾ ਆ। ਹਾਂ, ਵੀ ਮਤਲਬ ਉਹ ਸਲੂਕ ਸਹੀ ਨਹੀਂ ਕਰਦਾ ਤੇ ਉਹ ਮੇਰੇ ਉੱਤੇ ਜਿਹੜਾ ਆ ਭਰੋਸਾ ਕਰਦਾ ਆ। 4 ਸਤੰਬਰ ਨੂੰ ਦਲੀਪ ਦਾ ਜਿਹੜਾ ਜਨਮ ਦਿਨ ਮਨਾਇਆ ਗਿਆ। ਲੋਗਿਨ ਦੇ ਕਹਿਣ ਤੇ ਡਲਹੌਜੀ ਤੇ ਤੋਸ਼ੇਖਾਨੇ ਵਿੱਚੋਂ 1 ਲੱਖ ਹੀਰੇ ਦਲੀਪ ਨੂੰ ਭੇਜੇ ਗਏ। ਹਾਂਜੀ ਜੀ, ਦਲੀਪ ਨੇ ਆਪਣੇ ਪਿਛਲੇ ਦਿਨ ਜਨਮ ਦਿਨ ਤੇ ਕੋਹੀਨੂਰ ਦਾ ਹੀਰਾ ਪਾਇਆ ਸੀ ਤੇ ਜ਼ਿਕਰ ਲੋਗਿਨ ਅੱਗੇ ਕੀਤਾ, ਪਰ ਉਸਨੇ ਇਹ ਗੱਲ ਸੁਣੀ ਅਣਸੁਣੀ ਕਰ ਦਿੱਤੀ। 8 ਮਾਰਚ 1853 ਉਸ ਦਾ ਧਰਮ ਬਦਲ ਕੇ ਈਸਾਈ ਧਰਮ ਵਿੱਚ ਦਾਖਲ ਕਰ ਦਿੱਤਾ ਗਿਆ। ਉਸ ਨੂੰ ਆਪਣੀ ਮਾਂ ਨਾਲ ਮੋਹ ਤੋੜਨ ਲਈ ਅਨੇਕਾਂ ਤਰ੍ਹਾਂ ਦੀਆਂ ਕਹਾਣੀਆਂ ਸੁਣਾ ਕੇ ਬਣਾ ਕੇ ਸੁਣਾਈਆਂ ਗਈਆਂ। ਪੰਜਾਬ ਦੀ ਧਰਤੀ ਨਾਲੋਂ ਮੋਹ ਤੋੜਨ ਲਈ ਅੰਗਰੇਜ਼ ਸਰਕਾਰ ਆਖਰ 19 ਅਪ੍ਰੈਲ 1854 ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ। ਜੀ, ਇੱਥੇ ਉਸ ਦਾ ਧਰਮ ਤੋਂ ਤਨ ਕਰਕੇ ਫਤਿਹਗੜ੍ਹ ਵਿੱਚ ਤਬਦੀਲ ਹੋਇਆ। ਮਨ ਕਰਕੇ ਪੂਰੀ ਤਰ੍ਹਾਂ ਈਸਾਈ ਬਣਾਉਣ ਲਈ ਪੂਰਾ ਉਪਰਾਲਾ ਕੀਤਾ ਗਿਆ। ਉਸ ਦੇ ਲਈ ਐਸ਼ੋ ਇਸ਼ਰਤ ਦਾ ਜਿਹੜਾ ਮਾਹੌਲ ਤਿਆਰ ਕੀਤਾ ਗਿਆ। ਉਸ ਦੀ ਸਾਲਾਨਾ ਪੈਨਸ਼ਨ ਜਿਹੜੀ ਆ 50,000 ਪਾਉਂਡ ਤੈਅ ਕਰ ਦਿੱਤੀ ਗਈ। ਜਿਹੜਾ ਇਸ ਤਰ੍ਹਾਂ ਦਾ ਜਿਹੜਾ ਇਤਿਹਾਸ ਅੱਜ ਦੇ ਨਾਲ ਜਿਹੜਾ ਦਲੀਪ ਸਿੰਘ ਦੇ ਨਾਲ ਜਿਹੜਾ ਆ ਅੱਜ ਦੇ 29 ਅਪ੍ਰੈਲ ਦੇ ਨਾਲ ਜੁੜਦਾ। ਜੀ, ਜੇ ਅਸੀਂ ਗੱਲ ਕਰੀਏ 29 ਅਪ੍ਰੈਲ 1849 ਦੀ ਮਹਾਰਾਣੀ ਜਿੰਦ ਕੌਰ ਦੇ ਜਿਹੜਾ ਆ ਇੱਕ ਘਟਨਾ ਜਿਹੜੀ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਨੀ ਚਾਹੁੰਦੇ ਆ। ਜੀ, ਮਹਾਰਾਣੀ ਜਿੰਦ ਕੌਰ ਚੁਨਾਰ ਕਿਲੇ ਦੀ ਭਾਰੀ ਸੁਰੱਖਿਆ ਤੋਂ ਬਚ ਕੇ ਨੇਪਾਲ ਦੀ ਰਾਜਧਾਨੀ ਕਠਮੰਡੂ ਪਹੁੰਚੀ। ਉਹਨਾਂ ਨੂੰ ਅੰਗਰੇਜ਼ ਸਰਕਾਰ ਨੇ ਇੱਕ ਭਗੌੜਾ ਘੋਸ਼ਿਤ ਕੀਤਾ ਸੀ ਤੇ ਹਰ ਪਾਸੇ ਪੁਲਿਸ ਚੌਕੀਆਂ ਨੂੰ ਚੌਕਸ ਕਰ ਦਿੱਤਾ ਗਿਆ ਸੀ। ਗ੍ਰਿਫਤਾਰੀ ਤੋਂ ਬਚਣ ਲਈ ਉਹ ਨੇਪਾਲ ਭੱਜ ਗਏ। ਮਹਾਰਾਣੀ ਜਿੰਦ ਕੌਰ 29 ਅਪ੍ਰੈਲ 1849 ਨੂੰ ਕਠਮਾਂਡੂ ਪਹੁੰਚੇ ਸਨ। ਕਠਮਾਂਡੂ ਵਿਖੇ ਰਣਜੀਤ ਸਿੰਘ ਦੀ ਵਿਧਵਾ ਦੀ ਅਚਾਨਕ ਦਿੱਖ ਅਣਕਿਆਸੀ ਤੇ ਅਣਚਾਹੀ ਸੀ। ਫਿਰ ਵੀ ਜੰਗ ਬਹਾਦਰ ਪ੍ਰਧਾਨ ਮੰਤਰੀ ਨੇ ਉਸ ਨੂੰ ਸ਼ਰਨ ਦਿੱਤੀ, ਮੁੱਖ ਤੌਰ ਤੇ ਮਰਹੂਮ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਦੇ ਸਨਮਾਨ ਵਜੋਂ। ਉਸ ਨੂੰ ਭਾਗਮਤੀ ਨਦੀ ਦੇ ਕੰਢੇ ਇੱਕ ਨਿਵਾਸ ਦਿੱਤਾ ਗਿਆ ਸੀ ਤੇ ਨੇਪਾਲ ਸਰਕਾਰ ਨੇ ਉਹਨਾਂ ਨੂੰ ਰੱਖ ਰਖਾ ਪੱਤਾ ਦਿੱਤਾ ਸੀ।
ਉੱਥੇ ਉਹਨਾਂ ਨੇ ਬਗਾਵਤ ਦੀ ਸਫਲਤਾ ਤੇ ਦੂਜੀ ਐਂਗਲੋ ਸਿੱਖ ਜੰਗ ਵਿੱਚ ਸਿੱਖਾਂ ਦੇ ਨੁਕਸਾਨ ਬਾਰੇ ਪੜਚੋਲ ਕੀਤੀ। ਜੀ। ਮਹਾਰਾਜਾ ਦਲੀਪ ਸਿੰਘ ਦੀ ਤੰਦਰੁਸਤੀ ਲਈ ਆਪਣੀ ਚਿੰਤਾ ਵਿੱਚ ਉਸਨੇ ਨੇਪਾਲ ਬ੍ਰਿਟਿਸ਼ ਨਿਵਾਸੀ ਨੂੰ ਮਿਲਣ ਲਈ ਆਪਣੀ ਇੱਛਾ ਜ਼ਾਹਰ ਕੀਤੀ, ਜਿਸ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਸ ਨੂੰ ਸੂਚਿਤ ਕੀਤਾ ਗਿਆ ਕਿ ਮਹਾਰਾਜਾ ਸੁਰੱਖਿਅਤ ਹੈ ਅਤੇ ਉਸ ਨੂੰ ਇੱਕ ਪੈਨਸ਼ਨ ਵੀ ਦਿੱਤੀ ਗਈ ਸੀ। ਉਸ ਦੀ ਬੇਟੇ ਨਾਲ ਜਿਹੜੀਆਂ ਮੁਲਾਕਾਤ ਦੀ ਬੇਨਤੀ ਨੂੰ ਵੀ ਠੁਕਰਾ ਦਿੱਤਾ ਸੀ। ਅੰਗਰੇਜ਼ ਨਹੀਂ ਚਾਹੁੰਦੇ ਸਨ ਕਿ ਹੁਣ ਉਹ ਪੰਜਾਬ ਵਾਪਸ ਪਰਤੇ, ਉਸ ਨੂੰ ਪੰਜਾਬੀ ਯਾਦ ਆਉਣ, ਆਪਣਾ ਗੁਜ਼ਰਿਆ ਹੋਇਆ ਜੀਵਨ ਬਤੀਤ ਹੋਵੇ ਤੇ ਸਿੱਖ ਯਾਦ ਆਉਣ, ਜਿੱਥੇ ਸਰਕਾਰ ਦਾ ਕੰਟਰੋਲ ਹੁਣ ਆਰਾਮ ਨਾਲ ਉਹਨਾਂ ਦੇ ਅਧੀਨ ਸੀ। ਫਿਰ ਵੀ ਮਹਾਰਾਣੀ ਨੂੰ ਹੋਰ ਰਾਜਨੀਤਿਕ ਸਾਹਸ ਦੀ ਕੋਸ਼ਿਸ਼ ਕਰਨ ਤੋਂ ਰੋਕਣ ਲਈ ਨੇਪਾਲ ਨੇ ਕੂਟਨੀਤੀ ਦਬਾਅ ਪਾਇਆ। ਜੀ। ਤੇ ਅੱਜ ਦੇ ਹੀ ਦਿਨ 1986 ਵਿੱਚ ਪੰਥਕ ਕਮੇਟੀ ਨੇ ਅਕਾਲ ਤਖਤ ਸਾਹਿਬ ਤੋਂ ਆਜ਼ਾਦੀ ਦਾ ਐਲਾਨਨਾਮਾ ਕੀਤਾ ਸੀ। ਜਦੋਂ ਪੰਜਾਬ ਵਿੱਚ ਸਿੱਖਾਂ ਦਾ ਕਤਲੇਆਮ ਨਿਤ ਦਾ ਕੰਮ ਬਣ ਗਿਆ ਤਾਂ ਦਮਦਮੀ ਟਕਸਾਲ ਚੌਕ ਮਹਿਤਾ ਦੀ ਪੰਥਕ ਕਮੇਟੀ ਨੇ ਆਜ਼ਾਦੀ ਦਾ ਐਲਾਨ ਤੇ ਖਾਲਿਸਤਾਨ ਸਰਕਾਰ ਬਣਾਉਣ ਦਾ ਐਲਾਨ ਕਰ ਦਿੱਤਾ। ਅਕਾਲ ਤਖਤ ਸਾਹਿਬ ਤੋਂ ਐਲਾਨ ਕੀਤਾ ਗਿਆ ਤੇ ਐਲਾਨ ਤੋਂ ਬਾਅਦ ਪੰਥਕ ਕਮੇਟੀ ਦੇ ਆਗੂ ਦਰਬਾਰ ਸਾਹਿਬ ਤੋਂ ਫਰਾਰ ਹੋ ਗਏ। ਜੀ। ਬਿਲਕੁਲ ਜੀ। ਸੋ ਇਦਾਂ ਦਾ ਜਿਹੜਾ ਇਤਿਹਾਸ ਅੱਜ ਦੇ ਦਿਨ ਦੇ ਨਾਲ ਜਿਹੜਾ ਜੁੜਦਾ ਸੀ। ਤੇ ਰੂਹੀ ਜੀ, ਜਦੋਂ ਅਸੀਂ ਹਰਗੋਬਿੰਦ ਪਾਤਸ਼ਾਹ ਜੀ ਦੀ ਗੱਲ ਕਰਦੇ ਸੀਗੇ 6ਵੇਂ ਪਾਤਸ਼ਾਹ ਦੀ, ਤੇ ਗੁਰੂ ਤੇਗ ਬਹਾਦਰ ਜੀ ਦੀ ਵੀ ਜਿਹੜੀ ਅਸੀਂ ਗੱਲ ਕੀਤੀ ਆ, ਉੱਥੇ ਕਰਤਾਰਪੁਰ ਸਾਹਿਬ ਦੇ ਵਿੱਚ ਕਾਫੀ ਇਤਿਹਾਸਿਕ ਗੁਰਦੁਆਰੇ ਨੇ 6ਵੇਂ ਪਾਤਸ਼ਾਹ ਦੇ ਨਾਲ ਸੰਬੰਧਿਤ ਹੈ, ਕਿਉਂਕਿ ਉੱਥੇ ਜੰਗ ਹੋਈ ਸੀਗੀ। ਸੋ ਇਤਿਹਾਸਿਕ ਗੁਰਦੁਆਰਾ ਹੋਣਾ ਉੱਥੇ ਜਿਹੜਾ ਆ ਜ਼ਰੂਰੀ ਆ, ਲਾਜ਼ਮੀ ਵੀ ਬਣਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜੇ ਨੇ ਆਨੰਦ ਕਾਰਜ ਨੇ ਮਾਤਾ ਗੁਜਰੀ ਜੀ ਦੇ ਨਾਲ ਜਿਹੜਾ ਆ ਉਹ ਵੀ ਕਰਤਾਰਪੁਰ ਸਾਹਿਬ ਦੇ ਵਿੱਚ ਹੀ ਹੋਏ ਸੀ। ਤੇ ਉੱਥੇ ਕਈ ਜਿਹੜਾ ਆ ਗੰਗਸਰ ਗੁਰਦੁਆਰਾ ਵੀ ਆ, ਚਵੱਚਾ ਸਾਹਿਬ ਗੁਰਦੁਆਰਾ ਵੀ ਆ। ਤੇ ਮੈਂ ਥੋੜੇ ਕੁ ਚਿਰ ਪਹਿਲਾਂ ਜਿਹੜਾ ਆ, ਅੱਜ ਤੋਂ 1.5-2 ਮਹੀਨੇ ਪਹਿਲਾਂ ਮੈਂ ਜਿਹੜਾ ਆ ਕਰਤਾਰਪੁਰ ਸਾਹਿਬ ਗਿਆ ਸੀਗਾ ਕਿਸੇ ਜ਼ਰੂਰੀ ਕੰਮ ਵਾਸਤੇ। ਤਾਂ ਮੈਂ ਨਾ ਗੁਰਦੁਆਰਾ ਸਾਹਿਬ ਦੇ ਜਿਹੜੇ ਨੇ ਦਰਸ਼ਨ ਕਰਕੇ ਆਇਆ ਸੀਗਾ, ਤੇ ਮੈਂ ਸਾਰੇ ਜਿਹੜੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਜਿਹੜਾ ਆ ਪੜ੍ਹ ਕੇ ਆਇਆ ਸੀ। ਸੋ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਕਰਤਾਰਪੁਰ ਸਾਹਿਬ ਦੇ ਵਿੱਚ ਜਿਹੜੇ ਨੇ ਇਤਿਹਾਸਿਕ ਗੁਰਦੁਆਰੇ ਨੇ, ਅਸੀਂ ਉਹਨਾਂ ਦੀ ਜਿਹੜੀ ਆ ਸਾਂਝ ਇਸ ਪ੍ਰੋਗਰਾਮ ਦੇ ਵਿੱਚ ਪਾਵਾਂਗੇ। ਸੋ ਅਸੀਂ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪੁਰਬ ਮਨਾਇਆ ਆ, ਤੇ ਉਸ ਦੇ ਵਿੱਚ ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੇ ਉੱਤੇ ਝਾਤ ਮਾਰੀ ਆ, ਤਾਂ ਕਰਤਾਰਪੁਰ ਸਾਹਿਬ ਦਾ ਵੀ ਜਿਹੜਾ ਆ ਜ਼ਿਕਰ ਜ਼ਰੂਰ ਕੀਤਾ ਹੋਏਗਾ। ਚਾਹੇ ਉਹ ਮੱਖਣ ਸ਼ਾਹ ਲੁਬਾਣਾ ਦੀ ਗੱਲ ਕੀਤੀ ਹੋਵੇ, ਤੇ ਕੋਠੇ ਤੇ ਚੜ ਕੇ ਆਪਣਾ ਹੀ ਮੂੰਹ ਕਾਲਾ ਕਰਕੇ ਜਿਹੜਾ ਆ ਮੱਖਣ ਸ਼ਾਹ ਲੁਬਾਣਾ ਨੇ ਜਿਹੜਾ ਆ ਜਦੋਂ ਉੱਥੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਆ ਕਿਹਾ ਸੀਗਾ ਕਿ ਲਾਦੋ ਵੀ ਮੈਨੂੰ ਮੇਰਾ ਗੁਰੂ ਜਿਹੜਾ ਆ ਉਹ ਲੱਭ ਗਿਆ ਆ। ਤੇ ਜੇ ਅਸੀਂ ਗੱਲ ਕਰੀਏ, ਚਾਹੇ ਉਹ ਮੱਖਣ ਸ਼ਾਹ ਲੁਬਾਣਾ ਵੱਲੋਂ ਜਿਹੜਾ ਆ ਧੀਰ ਮੱਲੀਆਂ ਤੋਂ ਜਿਹੜਾ ਆ ਮਾਲ ਲੁੱਟਣ ਦੀ ਗੱਲ ਕੀਤੀ ਗਈ ਆ, ਤੇ ਫਿਰ ਉਹ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਮ ਮੋੜਨ ਦੀ ਵੀ ਜਿਹੜੀ ਆ ਗੱਲ ਕੀਤੀ ਗਈ ਆ। ਇਸੇ ਤਰ੍ਹਾਂ ਦਾ ਜਿਹੜਾ ਇਤਿਹਾਸ, ਬਹੁਤ ਵਡਮੁੱਲਾ ਇਤਿਹਾਸ ਹੈ ਜਿਹੜਾ ਕਰਤਾਰਪੁਰ ਸਾਹਿਬ ਦੇ ਨਾਲ ਜੁੜਦਾ ਹੈ। ਜੀ ਤਾਂ ਮੇਰਾ ਬਹੁਤ ਕਰਦਾ ਸੀਗਾ ਕਿ ਮੈਂ ਸਾਂਝਾ ਪਾਵਾਂ, ਪਰ ਜਿਹੜਾ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਇਦਾਂ ਦੀਆਂ ਗੱਲਾਂ ਦੇ ਵਿੱਚ, ਜਾਂ ਮਤਲਬ ਇਦਾਂ ਦੇ ਇਤਿਹਾਸ ਦੀ ਜਦੋਂ ਸਾਂਝ ਪਾਣੀ ਹੋਵੇ। ਜੀ। ਤੇ ਸਮਾਂ ਜੋ ਹੈ ਬ੍ਰੇਕ ਦਾ ਵੀ ਹੋ ਰਿਹਾ, ਤੇ ਬਿਲਕੁਲ ਉਹੀ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਜਿਹੜਾ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ, ਗੱਲਾਂ ਕਰਨ ਨੂੰ ਤਾਂ ਬਹੁਤ ਜੀ ਕਰਦਾ, ਇਤਿਹਾਸ ਵਿਚਾਰਨ ਨੂੰ ਜਿਹੜਾ ਆ ਬਹੁਤ ਜੀ ਕਰਦਾ ਹੁੰਦਾ ਹੈ। ਜੀ ਦਰਸ਼ਕੋ, ਤੇ ਮਿਲਦੇ ਆ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।